जो हमरी विद होती मेरे सतगुरा साविद तुम हर जानो आपे हम रुलते फिरते कोई बात ना पूछता गुर सतगुर संग कीरे हम थापे तन तन गुरु नानक जन केरा जित मिलिए चूके सब सोग संतापे सतनाम श्री वाहिगुरु साहिब जी। हरिदा किथै तैंडे मापिया जिन्ही तू जनियो है तैं पासों ओए लद गए तू अजय ना पतीनो है हरिदा मन मैदान कर टोए टिब्बे लाहा अगे मूल न आवसी दोजक संदीपा। महला पंजवा हरिदा खालक खलक मह खलक वसै रब माहे मंदा किसनो आखिए जा तिस बिन कोई नाहे मंदा किसनो आखिए जा तिस बिन कोई नाहे। वाहिगुरु जी का खालसा वाहिगुरु जी की फतेह। जुगों जुग अटल वाणी के बोहित शब्द गुरु धन धन साहिब श्री गुरु ग्रंथ साहब महाराज जी दी पावन पवित्र हजूरी दे विच सुभाईमान होए बैठे सत्संगी जनों अते देश प्रदेश दे विच इस स्थान दा चल रहा प्रसारण जो आप जी लाइव सरवण कर रहे हो अज दे विचार अधीन 3 सलोकां दा पाठ आप संगतां दे नाल सांझा कीता है। बाबा फरीद जी दे अमृत बोल जिन्हां दे राहीं बाबा फरीद जी मनुख नूं प्रेरणा कर रहे हैं कि हे मनुख एक दिन संसार तो रुखसत हो जावेगा, उस तो पहला पहला अपने जीवन विचों
ਜਿਹੜੀ ਮੇਰ ਤੇਰ ਹੈ ਉਸ ਨੂੰ ਦੂਰ ਕਰ, ਤਾਂ ਕਿ ਤੂੰ ਅੱਗੇ ਜਾ ਕੇ ਦੋਜ਼ਖ ਦੀ, ਨਰਕਾਂ ਦੀ ਅੱਗ ਤੋਂ ਬਚ ਸਕੇ। ਸੋ ਜੋ ਅੱਜ ਬਾਬਾ ਫਰੀਦ ਜੀ ਨੇ ਸਾਡੇ ਸਮਕਸ਼ ਅਗੰਮੀ ਬੋਲ ਰੱਖੇ ਹਨ, ਇਹਨਾਂ ਬੋਲਾਂ ਦੀ ਵਿਚਾਰ ਨਾਲ ਜੁੜਦੇ ਹਾਂ। ਜਿਨ੍ਹਾਂ ਨੇ ਵੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਰਹਿਮਤ ਲੈਣੀ ਹੈ, ਭਾਵੇਂ ਉਹ ਘਰ ਦੇ ਵਿੱਚ ਬੈਠੇ ਨੇ, ਗੁਰੂ ਘਰ ਦੇ ਵਿੱਚ ਕਿਸੇ ਕੰਮ ਕਾਰ ਤੇ, ਆਓ ਪਾਵਨ ਬਚਨਾਂ ਦੇ ਨਾਲ ਆਪਣੇ ਮਨ ਨੂੰ ਜੋੜੀਏ ਅਤੇ ਇਸ ਜੀਵਨ ਦੀ ਸੱਚਾਈ ਤੋਂ ਜਾਣੂ ਹੋਈਏ। ਸਾਰਿਆਂ ਨੇ ਮਨੋਬਿਰਤੀਆਂ ਇਕਾਗਰ ਕਰਨੀਆਂ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਬਾਰ-ਬਾਰ ਮਨੁੱਖ ਨੂੰ ਮੌਤ ਦਾ ਚਿੰਤਨ ਕਰਾ ਰਹੇ ਹਨ। ਐਸਾ ਜਾਪਦਾ ਹੈ ਜਿਵੇਂ ਬਾਬਾ ਫਰੀਦ ਜੀ ਦਾ ਮੂਲ ਚਿੰਤਨ ਹੀ ਮੌਤ ਹੈ, ਜਿਸ ਨੂੰ ਯਾਦ ਕਰਕੇ ਪ੍ਰਭੂ ਦੀ ਨੇੜਤਾ ਹਾਸਲ ਕੀਤੀ ਹੈ। ਔਰ ਉਹ ਗੱਲਾਂ ਸਾਡੇ ਨਾਲ ਵੀ ਬਾਬਾ ਫਰੀਦ ਜੀ ਸਾਂਝੀਆਂ ਕਰ ਰਹੇ ਹਨ, ਕਿਉਂਕਿ ਮੌਤ ਹੀ ਹੈ ਜਿਹੜੀ ਜੀਵਨ ਦੇ ਵਿੱਚੋਂ ਨਫ਼ਰਤ, ਮੇਰ ਤੇਰ, ਹਉਮੈ, ਹੰਕਾਰ, ਸੰਸਾਰ ਦੀਆਂ ਚੀਜ਼ਾਂ ਦਾ ਮਾਣ, ਇਹ ਜੇ ਕੋਈ ਚੀਜ਼ ਸਾਡੇ ਵਿੱਚੋਂ ਤੋੜ ਸਕਦੀ ਹੈ ਤੇ ਕੇਵਲ ਉਹ ਮੌਤ ਹੈ, ਮਰਨ ਹੈ। ਇਸ ਕਰਕੇ ਬਾਬਾ ਫਰੀਦ ਜੀ ਸਾਡੇ ਜੀਵਨ ਦੇ ਵਿੱਚੋਂ ਜੋ ਮਨੁੱਖ ਦੀ ਇੱਕ ਬਿਰਤੀ ਹੈ ਆਪਣੇ ਆਪ ਨੂੰ ਉੱਚਾ ਸਮਝਣਾ ਅਤੇ ਦੂਜੇ ਨੂੰ ਨੀਵਾਂ ਸਮਝਣਾ, ਇਸ ਬਿਰਤੀ ਨੂੰ ਬਾਬਾ ਫਰੀਦ ਜੀ ਤੋੜਨਾ ਚਾਹੁੰਦੇ ਹਨ। ਆਖਰੇ ਨੇ ਫਰੀਦਾ ਕਿੱਥੈ ਤੈਂਡੇ ਮਾਪਿਆਂ, ਜਿਣੀ ਤੂੰ ਜਣਿਓ ਏ। ਹੇ ਫਰੀਦ, ਜੀਵ ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਹੋਰ ਡਾਰਾਂ ਦਾ ਜੇ ਤੈਨੂੰ ਖਿਆਲ ਨਹੀਂ ਆਉਂਦਾ। ਵੈਸੇ ਤੇ ਜੇ ਆਪਾਂ ਆਲੇ ਦੁਆਲੇ ਵੇਖੀਏ, ਰੋਜ਼ ਕੋਈ ਨਾ ਕੋਈ ਸੱਦਾ ਕਿਸੇ ਨਾ ਕਿਸੇ ਘਰ ਆਇਆ ਹੀ ਰਹਿੰਦਾ ਹੈ। ਕਿਸੇ ਨਾ ਕਿਸੇ ਦਿਨ ਉਹ ਮੌਤ ਦਾ ਫਰਿਸ਼ਤਾ ਪਹੁੰਚ ਹੀ ਜਾਂਦਾ ਹੈ। ਔਰ ਜੀਵ ਪੰਛੀਆਂ ਦੀਆਂ ਇਹ ਡਾਰਾਂ ਦੀਆਂ ਡਾਰਾਂ ਤੁਰੀਆਂ ਜਾ ਰਹੀਆਂ ਹਨ ਆਪਣੀ ਆਪਣੀ ਵਾਰੀ ਅਨੁਸਾਰ। ਪਰ ਕਈ ਵਾਰੀ ਹੋ ਸਕਦਾ ਹੈ ਕਿ ਮਨੁੱਖ ਉਹਨਾਂ ਨੂੰ ਦੂਰ ਦਾ ਸਮਝਦਾ ਹੋਵੇ ਤੇ ਖਿਆਲ ਪੈਦਾ ਨਾ ਹੋਵੇ ਕਿ ਸੰਸਾਰ ਤੋਂ ਆਪਾਂ ਵੀ ਚਲੇ ਜਾਣਾ ਹੈ। ਪਰ ਬਾਬਾ ਫਰੀਦ ਜੀ ਨੇ ਇੱਕ ਬੜੇ ਨੇੜੇ ਦੀ ਗੱਲ ਕੀਤੀ। ਆਖਣ ਲੱਗੇ ਫਰੀਦਾ ਕਿੱਥੈ ਤੈਂਡੇ ਮਾਪਿਆਂ, ਜਿਨੀ ਤੂੰ ਜਣਿਆ ਹੋਏ। ਇੱਕ ਗੱਲ ਦੱਸ ਕਿ ਜਿਨ੍ਹਾਂ ਨੇ ਤੈਨੂੰ ਜੰਮਿਆ ਸੀ ਉਹ ਤੇਰੇ ਮਾਪੇ ਜਿਹੜੇ ਨੇ ਉਹ ਕਿੱਥੇ ਹਨ? ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਪਾਲਿਆ ਪੋਸਿਆ, ਜੀਵਨ ਦਿੱਤਾ, ਕਿਉਂਕਿ ਇਹ ਰਿਸ਼ਤਾ ਸਭ ਤੋਂ ਨੇੜੇ ਦਾ ਸੀ। ਔਰ ਖਿਆਲ ਕਰਨਾ, ਇਹ ਰਿਸ਼ਤਾ ਹੀ ਐਸਾ ਰਿਸ਼ਤਾ ਹੈ ਦੁਨੀਆ ਦੇ ਅੰਦਰ ਜਿਨ੍ਹਾਂ ਦੇ ਸਦਕਾ ਮਨੁੱਖ ਨੂੰ ਸੰਸਾਰ ਦੀ ਪ੍ਰਾਪਤੀ ਹੁੰਦੀ ਹੈ। ਬਾਣੀ ਨੂੰ ਜੇ ਆਪਾਂ ਧਿਆਨ ਨਾਲ ਪੜ੍ਹਾਂਗੇ
ਤੇ ਗੁਰਬਾਣੀ ਨੇ ਆਖਿਆ ਕਿ ਪਹਿਲਾ ਰਿਸ਼ਤਾ ਹੈ ਮਾਂ ਦਾ, ਦੂਜਾ ਰਿਸ਼ਤਾ ਹੈ ਪਿਤਾ ਦਾ। ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਤੋਂ ਬਿਨਾਂ ਬੱਚੇ ਦਾ ਜਨਮ ਨਹੀਂ ਹੋ ਸਕਦਾ। ਔਰ ਸੱਚ ਜਾਣਨਾ, ਜੇ ਜਨਮ ਹੀ ਨਹੀਂ ਹੋਇਆ ਤੇ ਅਸੀਂ ਸੰਸਾਰ ਨਹੀਂ ਦੇਖ ਸਕਦੇ। ਮੈਂ ਇਸ ਨੂੰ ਇਸ ਤਰ੍ਹਾਂ ਆਖਦਾ ਹੁੰਦਾ ਹਾਂ ਕਿ ਜੇ ਸੰਸਾਰ ਦੇ ਵਿੱਚ ਸਾਡਾ ਜਨਮ ਹੈ ਜਾਂ ਅਸੀਂ ਸੰਸਾਰ ਨੂੰ ਦੇਖ ਰਹੇ ਹਾਂ ਤੇ ਸੰਸਾਰ ਨੂੰ ਦਿਖਾਉਣ ਵਾਲੇ ਸਾਡੇ ਮਾਤਾ ਪਿਤਾ ਨੇ। ਇਹ ਉਹ ਰਿਸ਼ਤਾ ਹੈ ਜਿਸ ਨੇ ਸਾਨੂੰ ਸੰਸਾਰ ਦਿੱਤਾ ਹੈ, ਜਿਹਨੇ ਸੰਸਾਰ ਦਿਖਾਇਆ ਹੈ, ਸੰਸਾਰ ਦੇ ਵਿੱਚ ਜਿਹੜੇ ਸਾਨੂੰ ਲੈ ਕੇ ਆਏ ਨੇ। ਇਸ ਕਰਕੇ ਇਸ ਰਿਸ਼ਤੇ ਤੋਂ ਕੁਰਬਾਨ ਜਾਣਾ ਚਾਹੀਦਾ। ਇਹ ਗੱਲ ਵੱਖਰੀ ਹੈ ਕਿ ਅੱਜ ਦਾ ਸਮਾਜ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਭੁੱਲ ਗਿਆ, ਉਹਨਾਂ ਨੂੰ ਪਿਆਰ ਕਰਨਾ ਭੁੱਲ ਗਿਆ, ਉਹਨਾਂ ਦੀ ਇੱਜ਼ਤ ਕਰਨਾ ਭੁੱਲ ਗਿਆ, ਉਹਨਾਂ ਦਾ ਅਦਬ ਕਰਨਾ ਭੁੱਲ ਗਿਆ। ਔਰ ਕਈ ਵਾਰੀ ਅੱਜ ਦੇ ਬੱਚੇ ਮਾਤਾ ਪਿਤਾ ਨੂੰ ਆਪਣੇ ਸਿਰ ਤੇ ਬੋਝ ਸਮਝਦੇ ਨੇ। ਗੁਸਤਾਖੀ ਮਾਪ, ਜੇ ਮਾਤਾ ਪਿਤਾ ਦੇ ਵਿੱਚੋਂ ਇੱਕ ਵੀ ਨਾ ਮਿਲਦਾ, ਆਓ ਕਿ ਦੋਨੋਂ ਜੇ ਨਾ ਸਾਨੂੰ ਮਿਲਦੇ ਤੇ ਦੋਨਾਂ ਤੋਂ ਬਿਨਾਂ ਅਸੀਂ ਸੰਸਾਰ ਦੇ ਵਿੱਚ ਨਹੀਂ ਆ ਸਕਦੇ ਸਾਂ। ਕੱਲੀ ਮਾਂ ਵੀ ਕਿਸੇ ਨੂੰ ਜਨਮ ਨਹੀਂ ਦੇ ਸਕਦੀ ਤੇ ਕੱਲਾ ਪਿਓ ਵੀ ਜਨਮ ਨਹੀਂ ਦੇ ਸਕਦਾ। ਮਾਂ ਤੇ ਪਿਤਾ ਦੇ ਸੰਬੰਧ ਬਣੇ ਤੇ ਸਾਨੂੰ ਇਹ ਸੰਸਾਰ ਮਿਲਿਆ, ਸੰਸਾਰ ਦੀ ਪ੍ਰਾਪਤੀ ਹੋਈ। ਇਸ ਕਰਕੇ ਪਹਿਲਾ ਰਿਸ਼ਤਾ ਮਾਂ ਦਾ, ਦੂਜਾ ਰਿਸ਼ਤਾ ਪਿਤਾ ਦਾ, ਜਿਨ੍ਹਾਂ ਦੇ ਬਰਕਤ ਸਦਕਾ, ਜਿਨ੍ਹਾਂ ਦੇ ਮਿਲਾਪ ਸਦਕਾ ਸਾਨੂੰ ਇਸ ਸੰਸਾਰ ਦੀ ਪ੍ਰਾਪਤੀ ਹੋਈ। ਔਰ ਤੀਜਾ ਰਿਸ਼ਤਾ ਹੈ ਦੁਨੀਆ ਵਿੱਚ ਸਭ ਤੋਂ ਮਹਾਨ, ਉਹ ਹੈ ਗੁਰੂ ਦਾ। ਕਿਉਂਕਿ ਜਿਨ੍ਹਾਂ ਨੂੰ ਗੁਰੂ ਮਿਲਿਆ, ਸੱਚ ਜਾਣਨਾ, ਗੁਰੂ ਜਿਨ੍ਹਾਂ ਨੂੰ ਮਿਲ ਗਿਆ ਹੈ ਉਹਨਾਂ ਨੂੰ ਇੱਕ ਦਿਨ ਨਿਰੰਕਾਰ ਮਿਲ ਜਾਂਦਾ ਹੈ। ਗੁਰੂ ਤੋਂ ਬਿਨਾਂ ਨਿਰੰਕਾਰ ਦੀ ਪ੍ਰਾਪਤੀ ਨਹੀਂ, ਮਾਤਾ ਪਿਤਾ ਤੋਂ ਬਿਨਾਂ ਸੰਸਾਰ ਦੀ ਪ੍ਰਾਪਤੀ ਨਹੀਂ, ਇਸ ਤਰ੍ਹਾਂ ਕਹਿ ਲਵਾਂ। ਇਸ ਕਰਕੇ ਮਾਤਾ ਪਿਤਾ ਜਿਹੜਾ ਰਿਸ਼ਤਾ ਹੈ ਬੜਾ ਨਜ਼ਦੀਕੀ ਰਿਸ਼ਤਾ। ਇਸ ਕਰਕੇ ਬਾਬਾ ਫਰੀਦ ਜੀ ਆਖਣ ਲੱਗੇ ਕਿ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਵੇਖ ਕਿ ਜਿਨ੍ਹਾਂ ਮਾਤਾ ਪਿਤਾ ਨੇ ਤੈਨੂੰ ਜਨਮ ਦਿੱਤਾ ਸੀ, ਜਨਮਿਆ ਸੀ, ਜਿਨ੍ਹਾਂ ਕਰਕੇ ਤੂੰ ਸੰਸਾਰ ਦੇ ਵਿੱਚ ਆਇਆ ਸੀ, ਉਹ ਜਨਮ ਦੇਣ ਵਾਲੇ ਤੇਰੇ ਮਾਪੇ ਜਿਹੜੇ ਸਨ ਉਹ ਕਿੱਥੇ ਗਏ? ਕਿਤਨੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਬਚਪਨ ਵਿੱਚ ਚਲੇ ਜਾਂਦੇ ਨੇ, ਕਈਆਂ ਦੇ ਜਵਾਨੀ ਵਿੱਚ ਚਲੇ ਜਾਂਦੇ ਨੇ ਤੇ ਕਈਆਂ ਦੇ ਥੋੜ੍ਹੀ ਹੋਰ ਉਮਰ ਹੁੰਦੀ ਹੈ ਤੇ ਸਾਥ ਛੱਡ ਕੇ ਚਲੇ ਜਾਂਦੇ ਨੇ। ਬਾਬਾ ਫਰੀਦ ਜੀ ਕਹਿੰਦੇ ਕਿਤੇ ਧਿਆਨ ਮਾਰ ਕੇ ਵੇਖ ਕਿ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹ ਵੀ ਸੰਸਾਰ ਤੋਂ ਚਲੇ ਗਏ, ਸੰਸਾਰ ਤੋਂ ਕੂਚ ਕਰ ਗਏ। ਤੇ ਆਖਣ ਲੱਗੇ ਤੈ ਪਾਸੋਂ ਓਏ ਲੱਦ ਗਏ। ਆਖਣ ਲੱਗੇ ਬਾਬਾ ਫਰੀਦ ਜੀ, ਜੇ ਤੇਰੇ ਪਾਸੋਂ ਉਹ ਮਾਤਾ ਪਿਤਾ ਜਿਹੜੇ ਨੇ ਉਹ ਚਲੇ ਗਏ, ਕਦੋਂ ਦੇ ਚਲੇ ਗਏ? ਇੱਥੇ ਲੱਦ ਗਏ ਦਾ ਅਰਥ ਹੈ, ਓਏ ਦਾ ਅਰਥ ਹੈ ਉਹ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ, ਤੇਰੇ ਪਾਸੋਂ ਕਦੋਂ ਦੇ ਉਹ ਚਲੇ ਗਏ ਹਨ, ਕਦੋਂ ਦੇ ਤੈਨੂੰ ਛੱਡ ਕੇ ਸੰਸਾਰ ਤੋਂ ਤੁਰ ਗਏ ਹਨ। ਤੇ ਤੂੰ ਅਜੇ ਨਾ ਪਤੀਣ ਹੋਏ, ਤੈਨੂੰ ਅਜੇ ਵੀ ਯਕੀਨ ਨਹੀਂ ਆਇਆ, ਅਜੇ ਵੀ ਤੂੰ ਭਤੀਜਿਆ ਨਹੀਂ, ਅਜੇ ਵੀ ਇਹ ਗੱਲ ਸਮਝ ਵਿੱਚ ਨਹੀਂ ਆਈ ਕਿ ਇੱਕ ਦਿਨ ਇੱਥੋਂ ਤੂੰ ਵੀ ਤੁਰ ਜਾਣਾ। ਮਾਤਾ ਪਿਤਾ ਚਲੇ ਗਏ ਨੇ, ਇੱਕ ਦਿਨ ਤੂੰ ਵੀ ਸੰਸਾਰ ਤੋਂ ਤੁਰ ਜਾਣਾ ਹੈ। ਇਸ ਕਰਕੇ ਰੱਬ ਦੀ ਬੰਦਗੀ ਤੋਂ ਗਾਫਲ ਨਾ ਹੋ, ਸਗੋਂ ਰੱਬ ਦੀ ਬੰਦਗੀ ਕਰ, ਕਿਉਂਕਿ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ, ਕਿਉਂਕਿ ਇੱਥੇ ਰਹਿਣਾ ਕਿਸੇ ਨੇ ਵੀ ਨਹੀਂ। ਭਾਵੇਂ ਬੰਦਾ ਜਿਤਨੇ ਮਰਜ਼ੀ ਯਤਨ ਕਰੇ, ਗਹਿਰੀ ਕਰਕੇ ਨੀਂਵ ਖੁਦਾਈ, ऊपर मंडप छाए, मार कंडे ते को अधकाई, जिन तरण मूंड बुलाए, हमरो करता राम स्नेही, काहे रे नर गर्भ करत हो, विनस जाए झूठी देही। मेरी मेरी कैरो करते दुर्योधन से भाई, 12 जोजन छत्र चला था, देही गर्जन खाई। सर्व स्वयं की लंका होती, रावण से अधकाई, कहाँ पे दर बांधे हाथी, खिन में पही पराई। सानू बाणी ने ये यकीन दिवाया कि इतने बड़े बड़े राजे महाराजे वो भी संसार तो तुर गए। हे मनुख, अपने शरीर का अहंकार क्यों करना है?
इस जीवन का हंकार क्यों करना है, अपने आप को उच्चा क्यों समझना है। क्योंकि मनुख की एक फितरत है कि संसार दे विच अपने आप को उच्चा ते दूजे को नीवा, आपन को दीर्घ कर जाने औरन को लगमात। ये बंदे की हालत है कि अपने आप को उच्चा समझदा है ते होरां नूं लगा मात्रा समझदा है। जिवें कि कुछ अखर पूरे हुंदे ने ना, ते पूरे अखरां दे नाल लगा मात्रा लगदियां ने, उन्हां अखरां करके लगा मात्रा की वैल्यू हुंदी है। मनुख की हालत है कि अपने आप को पूरा अखर समझ रहा है तो होरां नूं लगा मात्रा की न्याय समझ रहा है। आपन को दीर्घ कर जाने औरन को औरन को लगमात। और सतगुरु आखन लगे मनसा वाचा करना हम देखे दो जगजात। महाराज कहते मैं संसार तो नरक वल जाते हुए वेखे ने कि जेडे अपने आप को उच्चा समझते सन। ये सच्चाई बाबा फरीद जी साढ़े सामने रखना चाहते हैं और ये तसल्ली दिवाना चाहते हैं कि देख तेरे नाल दे चले गए ने, ये यकीन कर कि एक दिन संसार तो तू भी इथों तुर जाना है। क्योंकि जो दिन आवे सो दिन जाही, करना कूच रहन थिर नाही, संग चलत है। साढ़े साथी तुर गए ने कितने, हम भी चलना दूर गवन सिर ऊपर मरना। मौत सिर देते है। दुर्योधन वर्गे इस संसार तो चले गए ने जिन्हां दे पिछे 12 जोजन, एक जोजन 4 मील का हुंदा है। 12 जोजन का अर्थ है 12 चौक 48 मील उन्हां दे पिछे लोग तुरदे सन। सेना तुरदी सी, पब्लिक तुरदी सी, जनता तुरदी सी, उसकी प्रजा तुरदी सी। अज वो किथे गया। सर्व सोयन की लंका होती, रावण से अधिकाई। सारे सोने की लंका का मालक, लंकापति रावण वर्गा इतना बड़ा राजा, कहाँ पहो दर बांधे हाथी, खिन में पही पराई। किथे गया उसके दर ते जिथे हाथी बने रहंदे सन, एक खिन दे अंदर वो लंका भी पराई हो गई। मनुख नूं सब तो ज़्यादा अपने आप का हंकार है, अपने जात का, अपने कर्मां का, अपने गुणां का, अपने बच्चों के गुणां का, अपनी धन दौलत जमीन जायदाद का। जाति उच्ची होवे तां भी मनुख हंकार करता है। पर सच ये है, बाबा फरीद जी कहते इन्हां सारिया चीज़ों ने तेरे कोलों चले जाना है। यह जीवन एक दिन खत्म हो जाना है। इस करके तू बंदगी वालों गाफल ना हो। परमेश्वर की बंदगी कर, परमात्मा का नाम चेते कर। क्योंकि एक दिन संसार नूं छड़ के सारिया ने ही जाना है। इत्थे किसी ने थिर नहीं रहना। सेख हयाती थिर न जग न थिर कोई रहा, जिस आसन हम बैठे केते वैस गया। बाबा शेख फरीद जी कहते हैं कि जिस आसन ते असी बैठे हैं ना, इत्थे पता नहीं कितने बैठ के तुर के चले गए हैं। इस सच्चाई नूं सिख ने समझना। और बाबा फरीद जी कहते हैं कि तू इत्थों आले दुआले देख के कि मेरे माता पिता संसार तो तुर गए, आंधी गुआढ़ी तुर गए, दोस्त मित्र तुर गए, साढ़े वड्डे तुर गए, तुर असी भी जाना है। जदों ये यकीन आ जाना है कि असी तुर जाना है, मौत आ जानी है, तो मौत ही एक ऐसा तरीका है जदों प्रभु चेते आउंदा है। वेखो ना कि मनुख मौत तो कितना डरदा है। मनुख ही नहीं, मौत एडी भयानक है कि कीड़ी दे पिछे हथ लाओ ना, वो भी अपनी चाल तेज कर लैंदी है। इसका अर्थ है भी कीड़ी कितनी डर रही है मौत तो, होर कोई कारण थोड़ी है, मौत है। और इस संसार दे विचों बड़े बड़े लोग संसार तो चले गए। और मौत की सच्चाई ये है कि गंडेंदियां 6 माहां, तुड़नदियां हिक खिनों। शरीर नूं बनदियां 6 महीने लगते हैं, पर टुटन लग्या 6 महीने नहीं, एक खिन दे अंदर ये नाश हो जाता है। बाबा फरीद कहते जिम्मी पुछे आसमान, फरीदा केवट किन गए, जालन गोरा गोरा नाल उलामे जी सहे। ये जीव जिहड़ा कबर दे विच जाके या तो दफन हो जाता है या सड़ जाता है शमशान घाट दे विच। जिहड़े अपने आप नूं नाडू खां समझते सन, आसमान पुछदा धरती कित्थे चले गए। धरती कहती है, कहते या तो गोरां विच जाके दफन हो गए
ਜਾਂ ਸ਼ਮਸ਼ਾਨ ਘਾਟਾਂ ਵਿੱਚ ਸੜ ਗਏ, ਜਿਹੜੇ ਆਪਣੇ ਆਪ ਨੂੰ ਨਾਡੂ ਖਾਂ ਕਹਿੰਦੇ ਸਨ, ਪਰ ਉਹਨਾਂ ਦੀ ਜਿੰਦ ਜਿਹੜੀ ਹੈ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਦੇ ਉਲਾਂਭੇ ਜਿਹੜੇ ਨੇ ਉਹਨੂੰ ਸਹਿਣੇ ਪੈਂਦੇ ਨੇ। ਉਸ ਨੂੰ ਉੱਥੇ ਨਰਕ ਦੀ ਅੱਗ ਦੇ ਵਿੱਚ ਸਿੱਟਿਆ ਜਾਂਦਾ ਹੈ। ਅਗਲੇ ਬਚਨ ਬੜੇ ਕਮਾਲ ਦੇ ਕੀਤੇ। ਬਾਬਾ ਫਰੀਦ ਜੀ ਨੇ ਕਹਿਣ ਲੱਗੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹਾ। ਆਖਣ ਲੱਗੇ, ਹੇ ਫਰੀਦ, ਆਪਣੇ ਮਨ ਨੂੰ ਪੱਧਰਾ ਕਰ ਲੈ, ਮੈਦਾਨ ਬਣਾ ਲੈ। ਹੁਣ ਟੋਏ ਟਿੱਬੇ ਕੀ ਨੇ ਸਾਡੇ ਜੀਵਨ ਵਿੱਚ? ਜਿਹੜਾ ਟਿੱਲਾ ਹੁੰਦਾ ਹੈ ਨਾ, ਮਨੁੱਖ ਆਪਣੇ ਆਪ ਨੂੰ ਟਿੱਲੇ ਤੇ ਖੜੋ ਹੋਇਆ ਮਹਿਸੂਸ ਕਰਦਾ ਹੈ, ਭਾਵ ਉੱਚਾ ਸਮਝਦਾ ਆਪਣੇ ਆਪ ਨੂੰ, ਤੇ ਦੂਜੇ ਨੂੰ ਟੋਇਆ ਸਮਝਦਾ, ਭਾਵ ਨੀਵਾਂ ਸਮਝਦਾ। ਮਨੁੱਖ ਦੀ ਇਹ ਫਿਦਰਤ ਹੈ ਕਿ ਮਨੁੱਖ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਦੂਜੇ ਨੂੰ ਨੀਵਾਂ ਸਮਝਦਾ ਹੈ। ਔਰ ਪਿਆਰ ਵਾਲਿਓ, ਸੱਚ ਜਾਣਨਾ, ਇਹ ਹਾਲਤ ਕਰਕੇ ਹੀ ਮਨੁੱਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਨਹੀਂ ਹੁੰਦਾ। ਇਹ ਟੋਏ ਟਿੱਬੇ ਨੇ ਜਦੋਂ ਪਰਮਾਤਮਾ ਦੀ ਬੰਦਗੀ ਨਹੀਂ ਹੋ ਪਾਉਂਦੀ। ਜਦੋਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਨਾ, ਤੇ ਸਤਿਗੁਰੂ ਜੀ ਸਾਨੂੰ ਜੀਵਨ ਦੀ ਬੜੀ ਸੁਚੱਜੀ ਜਾਂਚ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ, ਜਬ ਧਾਰੈ ਕੋ ਵੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ। ਜਦੋਂ ਤੱਕ ਤੂੰ ਕਿਸੇ ਨੂੰ ਵੈਰੀ ਬਣਾਉਣਾ ਤਾਂ ਚਿੱਤ ਦੁਸ਼ਮਣ ਵਿੱਚ ਚਲਾ ਜਾਂਦਾ, ਜੇ ਕਿਸੇ ਨੂੰ ਮਿੱਤਰ ਬਣਾਉਂਦਾ ਚਿੱਤ ਮਿੱਤਰ 'ਚ ਚਲਾ ਜਾਂਦਾ ਹੈ, ਪਰ ਚਿੱਤ ਉਸ ਪਰਮੇਸ਼ਰ ਨਾਲ ਨਹੀਂ ਜੁੜਦਾ। ਔਰ ਖਿਆਲ ਕਰਨਾ, ਜੀਵਨ ਦੇ ਅੰਦਰ ਜਦੋਂ ਤੱਕ ਟੋਏ ਟਿੱਬੇ ਰਹਿਣਗੇ, ਅਸੀਂ ਆਪਣੇ ਆਪ ਨੂੰ ਉੱਚਾ ਸਮਝਾਂਗੇ, ਕਿਸੇ ਨੂੰ ਨੀਵਾਂ ਸਮਝਾਂਗੇ, ਉਨਾ ਚਿਰ ਸਾਡੇ ਜੀਵਨ ਦੇ ਵਿੱਚ ਇਕਸਾਰਤਾ ਨਹੀਂ ਆਉਣੀ। ਇਸ ਕਰਕੇ ਗੁਰਬਾਣੀ ਨੇ ਇੱਕ ਵਿਚਾਰ ਸਾਨੂੰ ਬਖਸ਼ੀ, ਮੇਰਾ ਤੇਰਾ ਛੋੜੀਏ ਭਾਈ ਹੋਈਏ ਸਭ ਕੀ ਧੂੜ। ਮੇਰਾ ਤੇਰਾ ਛੱਡ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ। ਜਿਨ ਜਿਉ ਰਿਜਕ ਦਿਆ, ਜਿਨ ਜਿਉ ਦਿਆ ਸੋ ਰਿਜਕ ਅਮਰਾਵੈ, ਸਭ ਕਟ ਪੀਤਰ ਹਾੜ ਚਲਾਵੈ, ਕਰ ਬੰਦ ਕੀ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਮੇਰਾ ਤੇਰਾ ਛੱਡ ਕੇ ਬੰਦ ਕੀ ਕਰ। ਬੰਦੇ ਦੀ ਹਾਲਤ ਇਹ ਹੈ ਕਿ ਆਪਣੇ ਆਪ ਨੂੰ ਕਹਿੰਦਾ ਮੇਰੀ ਜਾਤ ਉੱਚੀ ਹੈ, ਕਹਿੰਦਾ ਮੈਂ ਬਾਦਸ਼ਾਹ ਦਾ ਪੁੱਤਰ ਹਾਂ, ਮੇਰੇ ਕਰਮ ਉੱਚੇ ਨੇ, ਮੇਰੇ ਬੱਚਿਆਂ ਦੇ ਕਰਮ ਉੱਚੇ ਨੇ, ਮੇਰੀਆਂ ਵਿਦਿਅਕ ਚੀਜ਼ਾਂ ਜਿਹੜੀਆਂ ਨੇ, ਵਿਦਿਅਕ ਦਾਇਰਾ ਜਿਹੜਾ ਉਹ ਉੱਚਾ ਹੈ, ਮੇਰੇ ਕੋਲ ਗਿਆਨ ਬੜਾ ਹੈ। ਤੇ ਮਨੁੱਖ ਦੀ ਹਾਲਤ ਹੈ ਦੂਜੇ ਨੂੰ ਇਹ ਨੀਵਾਂ ਸਮਝਦਾ ਹੈ, ਅਗਿਆਨੀ ਸਮਝਦਾ ਹੈ, ਮੂੜ ਸਮਝਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਆਪਣੇ ਮਨ ਨੂੰ ਮੈਦਾਨ ਬਣਾ ਲੈ। ਤੇ ਇਹ ਮੈਦਾਨ ਉਦੋਂ ਹੋ ਸਕਦਾ ਜਦੋਂ ਆਪਣੇ ਹੰਕਾਰ ਨੂੰ, ਟਿੱਲੇ ਨੂੰ ਸਿੱਟ ਦੇਗਾ ਉਸ ਟੋਏ ਦੇ ਵਿੱਚ। ਮੈਦਾਨ ਕਦੋਂ ਬਣਦਾ ਹੈ? ਜਿਹੜਾ ਟੋਇਆ ਹੈ ਨਾ, ਟੋਏ ਦੇ ਵਿੱਚ ਟਿੱਲਾ ਸਿੱਟਦੇ ਹੋ, ਮੈਦਾਨ ਬਣ ਜਾਵੇਗਾ, ਬਰਾਬਰ ਹੋ ਜਾਵੇਗਾ, ਲੈਵਲ ਹੋ ਜਾਵੇਗਾ। ਲੈਵਲ ਕਰਨ ਦਾ ਇੱਕੋ ਹੀ ਤਰੀਕਾ ਹੈ, ਆਪਣਾ ਹੰਕਾਰ ਜਿਹੜਾ ਹੈ ਨਾ, ਜਿਹਨੂੰ ਨੀਵਾਂ ਸਮਝ ਰਹੇ ਹੈ, ਉਹਨਾਂ ਨੂੰ ਦੇਖ ਕੇ ਆਪਣਾ ਹੰਕਾਰ ਛੱਡ ਦੇ। ਉਸ ਟੋਏ ਦੇ ਵਿੱਚ ਉਹ ਅਹੰਕਾਰ ਦੇ ਟਿੱਲੇ ਨੂੰ ਸਿੱਟ ਦੇ। ਔਰ ਜੇ ਤੂੰ ਇੱਦਾਂ ਨਹੀਂ ਕਰ ਸਕਦਾ, ਇਹ ਜੀਵਨ ਜਾਚ ਤੂੰ ਪ੍ਰਾਪਤ ਨਹੀਂ ਕਰ ਸਕਿਆ, ਤਾਂ ਸੱਚ ਜਾਣਨਾ, ਤੇ ਬਾਬਾ ਫਰੀਦ ਕਹਿੰਦੇ ਨੇ, ਫਿਰ ਅੱਗੇ ਜਾ ਕੇ ਤੈਨੂੰ ਔਖਾ ਹੋਵੇਗਾ। ਪਰ ਜੇ ਤੂੰ ਜੀਵਨ ਦੇ ਅੰਦਰ ਇਹ ਟੋਏ ਟਿੱਬੇ ਲਾ ਦੇਣਾ, ਜੀਵਨ ਦੇ ਵਿੱਚ ਆਪਣੇ ਆਪ ਨੂੰ ਉੱਚਾ ਸਮਝਣਾ ਤੇ ਦੂਜੇ ਨੂੰ ਨੀਵਾਂ ਸਮਝਣਾ, ਇਹ ਜੀਵਨ ਵਿੱਚੋਂ ਖਤਮ ਕਰ ਲੈਣਾ। ਦਾਸ ਬੇਨਤੀ ਕਰੇ, ਸਭ ਤੋਂ ਔਖਾ ਕੰਮ ਹੈ ਜੀਵਨ ਦਾ, ਕਿ ਮਨੁੱਖ ਜਦੋਂ ਆਪਣੀ ਮੈਂ ਵਾਲੀ ਬਿਰਤੀ ਨੂੰ, ਮੇੜ ਤੇਰ ਵਾਲੀ ਬਿਰਤੀ ਨੂੰ, ਹੰਕਾਰ ਵਾਲੀ ਬਿਰਤੀ ਨੂੰ, ਇਸ ਹੰਕਾਰ ਦੇ ਟਿੱਲੇ ਨੂੰ ਛੱਡ ਕੇ ਔਰ ਇਹ ਨਿਮਾਣ ਤੇ ਆ ਜਾਵੇ, ਨਹੀਂ ਆਉਂਦਾ। ਔਰ ਕਈ ਵਾਰੀ ਤੇ ਬੰਦਾ ਮਰਦੇ ਦਮ ਤੱਕ ਨਹੀਂ ਆਉਂਦਾ। ਤਨ ਸੰਸਾਰ ਘਾਟ ਚਲਾ ਜਾਂਦਾ ਹੈ, ਪਰ ਮਨੁੱਖ ਦੀ ਮੈਂ ਨਹੀਂ ਜਾਂਦੀ। ਜਿਵੇਂ ਸਿਆਣੇ ਕਹਿੰਦੇ ਨਾ, ਰੱਸੀ ਸੜ ਜਾਂਦੀ ਹੈ, ਵੱਲ ਨਹੀਂ ਜਾਂਦੇ। ਇਸ ਤਰ੍ਹਾਂ ਮਨੁੱਖ ਦੀ ਹਾਲਤ ਹੈ। ਕਈ ਵਾਰੀ ਮਨੁੱਖ ਚਿਖਾ ਤੇ ਪਹੁੰਚ ਜਾਂਦਾ ਹੈ, ਪਰ ਇਹ ਆਪਣੇ ਹੰਕਾਰ ਨੂੰ, ਮੈਂ ਨੂੰ ਉੱਥੇ ਵੀ ਨਹੀਂ ਛੱਡਦਾ, ਮਰਨ ਦੇ ਕਿਨਾਰੇ ਹੁੰਦਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ, ਤੂੰ ਇੱਕ ਕੰਮ ਕਰ ਕਿ ਆਪਣੇ ਮਨ ਨੂੰ ਮੈਦਾਨ ਬਣਾ ਲੈ, ਆਪਣੇ ਮਨ ਦੇ ਅੰਦਰ ਇਹ ਦੁਵੈਤ ਭਾਵਨਾ ਛੱਡ ਦੇ। ਕਿਉਂਕਿ ਜਦੋਂ ਬੰਦਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਹੰਕਾਰ ਆ ਜਾਂਦਾ, ਦੂਜੇ ਨੂੰ ਨੀਵਾਂ ਸਮਝਦਾ, ਦੂਜੇ ਦੀ ਨਿੰਦਾ ਕਰਦਾ। ਨਿੰਦਾ ਦਾ ਜਨਮ ਹੀ ਉਦੋਂ ਹੁੰਦਾ ਜਦੋਂ ਦੂਜੇ ਨੂੰ ਬੰਦਾ ਨੀਵਾਂ ਸਮਝਦਾ।
ਦੂਜੇ ਨੂੰ ਗਲਤ ਸਮਝਦਾ, ਉਹਦੀ ਨਿੰਦਾ ਕਰਨ ਲੱਗ ਪੈਂਦਾ। ਇਸ ਕਰਕੇ ਜੇ ਕੋਈ ਇਸ ਦੀ ਬਰਾਬਰੀ ਕਰੇ ਤਾਂ ਇਸਦੇ ਹੰਕਾਰ ਨੂੰ ਸੱਟ ਵੱਜਦੀ ਹੈ, ਜਾਂ ਫਿਰ ਤਾਂ ਨਿੰਦਾ ਕਰਦਾ ਬੰਦਾ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਆਪਣੇ ਜੀਵਨ ਦੇ ਵਿੱਚੋਂ ਇਹ ਬਰਾਬਰੀ ਪ੍ਰਾਪਤ ਕਰ। ਔਰ ਜੇ ਤੂੰ ਮਨ ਨੂੰ ਮੈਦਾਨ ਕਰ ਲਿਆ, ਮਨ ਦੇ ਵਿੱਚੋਂ ਹੰਕਾਰ ਛੱਡ ਦਿੱਤਾ ਤੇ ਦੂਜੇ ਦੀ ਨਿੰਦਾ ਕਰਨੀ ਛੱਡ ਦਿੱਤੀ, ਦੂਜੇ ਨੂੰ ਨੀਵਾਂ ਵਿਖਾਣਾ ਛੱਡ ਦਿੱਤਾ, ਤਾਂ ਫਿਰ ਕੀ ਹੋਵੇਗਾ? ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਭਾ। ਕਹਿੰਦੇ ਫਿਰ ਤੂੰ ਅੱਗੇ ਜਿਹੜਾ ਹੈ ਨਾ, ਉੱਥੇ ਦੋਜਕ ਦੀ ਅੱਗ ਦੇ ਵਿੱਚ ਨਹੀਂ ਪਏਗਾ। ਕਿਉਂਕਿ ਜੀਵਨ ਦੇ ਸਫ਼ਰ ਵਿੱਚ ਜੇ ਤੂੰ ਇਸ ਤਰ੍ਹਾਂ ਕਰ ਸਕਿਆ, ਉੱਚੇ ਨੀਵੇਂ ਦਾ ਇਹ ਭੇਦ ਦੂਰ ਕਰ ਸਕਿਆ, ਤਾਂ ਫਿਰ ਦੋਜਕ ਦੀ ਅੱਗ ਬਿਲਕੁਲ ਨਹੀਂ ਆਵੇਗੀ। ਨਹੀਂ ਤਾਂ ਦੋਜਕ ਦੀ ਅੱਗ ਦੇ ਵਿੱਚ ਸੜੇਗਾ। ਮਨ ਵਿੱਚ ਟੋਏ ਟਿੱਬੇ ਇੱਕ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਤੋਂ ਦੂਰ ਹੋ ਜਾਂਦਾ ਹੈ। ਸਾਰੇ ਕਲੇਸ਼ ਹੀ ਜੀਵਨ ਵਿੱਚੋਂ ਮਿਟ ਜਾਂਦੇ ਨੇ। ਹੁਣ ਇਹ ਇੱਕ ਤਰੀਕਾ ਜਿਹੜਾ ਹੈ ਉਹ ਬਾਬਾ ਫਰੀਦ ਜੀ ਨੇ ਇੱਥੇ ਦੱਸਿਆ। ਹੁਣ ਧਿਆਨ ਦਿਓ, ਜੀਵਨ ਦੇ ਅੰਦਰ ਮਨ ਵਿੱਚ ਉਹ ਕਿਹੜੇ ਕਿਹੜੇ ਟੋਏ ਤੇ ਟਿੱਬੇ ਹਨ, ਇਹਨਾਂ ਨੂੰ ਦੂਰ ਕਰਨ ਦਾ ਉਪਾਅ ਕੀ ਹੈ, ਤਰੀਕਾ ਕੀ ਹੈ, ਭਾਵ ਕੀ ਹੈ। ਹੁਣ ਇਹ ਜਿਹੜੀ ਗੱਲ ਸੀ ਨਾ, ਬਾਬਾ ਫਰੀਦ ਜੀ ਨੇ ਇੱਕ ਤਰੀਕੇ ਨਾਲ ਲਿਖ ਦਿੱਤੀ। ਉਹਨਾਂ ਦੇ ਅੰਦਰ ਦੀ ਭਾਵਨਾ ਜਿਹੜੀ ਸੀ, ਉਸ ਦੇ ਵਿੱਚੋਂ ਉਹਨਾਂ ਦਾ ਮਤਲਬ ਇਹ ਸੀ ਕਿ ਜੀਵਨ ਦੇ ਵਿੱਚੋਂ ਆਪਣੀ ਜਾਤ ਦਾ ਹੰਕਾਰ, ਆਪਣੇ ਕਰਮਾਂ ਦਾ ਹੰਕਾਰ, ਆਪਣੇ ਉੱਚੀ ਪਦਵੀ ਦਾ ਹੰਕਾਰ, ਜਾਂ ਹੋਰ ਤੇਰੇ ਕੋਲ ਜਿਹੜੀਆਂ ਵੀ ਚੀਜ਼ਾਂ ਨੇ, ਉਸ ਹੰਕਾਰ ਨੂੰ ਤਿਆਗ। ਪਰ ਇਹ ਗੱਲ ਪਤਾ ਨਹੀਂ ਚੱਲਦੀ ਵੀ ਉਹ ਕਿਹੜੀ ਗੱਲ ਸਹੀ ਕਹਿਣਾ ਚਾਹੁੰਦੇ ਨੇ, ਵੀ ਟੋਏ ਟਿੱਬੇ ਕਿਹੜੇ ਨੇ ਔਰ ਕਿੱਦਾਂ ਦੂਰ ਹੋਣਗੇ। ਭਾਵੇਂ ਆਪਣੇ ਵੱਲੋਂ ਉਹਨਾਂ ਨੇ ਸਾਰੀ ਗੱਲ ਨੂੰ ਲਿਖ ਦਿੱਤਾ ਹੈ ਕਿ ਟੋਏ ਟਿੱਬੇ ਲਾ ਕੇ ਔਰ ਇਹਨਾਂ ਨੂੰ ਬਰਾਬਰ ਕਰ ਲੈ, ਤੇਰੇ ਜੀਵਨ ਦੇ ਕਲੇਸ਼ ਮਿਟ ਜਾਣਗੇ, ਦੁੱਖ ਦੂਰ ਹੋ ਜਾਣਗੇ। ਹੁਣ ਉਸ ਗੱਲ ਨੂੰ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜ ਨੇ ਨਾਲ ਆਪਣਾ ਸ਼ਲੋਕ ਦਰਜ ਕਰ ਦਿੱਤਾ। ਸੰਬੋਧਨ ਬਾਬਾ ਫਰੀਦ ਜੀ ਨੂੰ ਕੀਤਾ, ਆਪਣੇ ਵੱਲੋਂ ਸ਼ਲੋਕ ਦਰਜ ਕਰ ਦਿੱਤਾ ਤਾਂ ਕਿ ਕਿਸੇ ਦੇ ਮਨ 'ਚ ਕੋਈ ਭੁਲੇਖਾ, ਕੋਈ ਡਾਊਟ ਨਾ ਰਹਿ ਜਾਏ। ਜਿਵੇਂ ਪਿੱਛੇ ਵੀ ਵਿਚਾਰ ਆਈ ਸੀ, ਕਹਿੰਦੇ ਰੱਤੀ ਰਤ ਨਾ ਨਿਕਲਿਆ ਜੇ ਤਨ ਚੀਰੈ ਕੋਏ। ਬਾਬਾ ਫਰੀਦ ਜੀ ਨੇ ਆਖਿਆ ਸੀ ਵੀ ਜੇ ਕੋਈ ਮੇਰੇ ਤਨ ਨੂੰ ਚੀਰੇ ਤੇ ਮੇਰੇ ਤਨ ਵਿੱਚੋਂ ਰਤ ਨਹੀਂ ਨਿਕਲਦਾ। ਹੁਣ ਇਹ ਗੱਲ ਅੱਜ ਦਾ ਮਨੁੱਖ ਜੇ ਇਹ ਵਿਚਾਰ ਇੱਦਾਂ ਹੀ ਰਹਿ ਜਾਂਦੀ ਤੇ ਲੋਕਾਂ ਨੇ ਆਖਣਾ ਸੀ ਵੀ ਇਹ ਜਿਹੜਾ ਤਨ ਹੈ ਰਤ ਤੋਂ ਬਿਨਾਂ ਹੋ ਨਹੀਂ ਸਕਦਾ, ਤੇ ਬਾਬਾ ਫਰੀਦ ਜੀ ਗਲਤ ਕਰ ਰਹੇ ਨੇ। ਇਸ ਕਰਕੇ ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਉੱਥੇ ਨਾਲ ਸ਼ਲੋਕ ਦਰਜ ਕਰ ਦਿੱਤਾ, ਮਹਿਲਾ ਤੀਜਾ, ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ, ਜੋ ਸਹਿ ਰਤੇ ਆਪਨੇ ਤਿੰਨ ਤਨ ਲੋਭ ਰਤ ਨਾ ਹੋਏ। ਬਾਬਾ ਫਰੀਦ ਜੀ ਨੇ ਬੜੀ ਸਪਸ਼ਟ ਗੱਲ ਕੀਤੀ ਸੀ, ਪਰ ਉਹ ਕਹਿਣਾ ਇਹ ਚਾਹਦਾ ਸੀ ਕਿ ਲੋਭ ਰੂਪੀ ਰਤ ਨਹੀਂ ਹੁੰਦਾ, ਪਰ ਉਹਨਾਂ ਨੇ ਲੋਭ ਅੱਖਰ ਨਹੀਂ ਸੀ ਵਰਤਿਆ। ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਕਹਿ ਦਿੱਤਾ ਵੀ ਬਾਬਾ ਫਰੀਦ ਜੀ ਇਹ ਕਹਿਣਾ ਚਾਹੁੰਦੇ ਨੇ ਵੀ ਇਹ ਤਨ ਹੈ ਤਾਂ ਸਾਰਾ ਰਤ ਹੀ ਹੈ, ਖੂਨ ਹੀ ਹੈ, ਪਰ ਜਿਹੜੇ ਪ੍ਰਭੂ ਦੇ ਨਾਮ ਰੰਗ ਵਿੱਚ ਰਤੇ ਜਾਂਦੇ ਨੇ, ਰੰਗੇ ਜਾਂਦੇ ਨੇ, ਉਹਨਾਂ ਦੇ ਜੀਵਨ ਵਿੱਚੋਂ ਲੋਭ ਰੂਪੀ ਰਤ, ਲਾਲਚ ਰੂਪੀ ਰਤ ਇਹ ਨਹੀਂ ਰਹਿੰਦਾ। ਇੱਥੇ ਵੀ ਜਿਹੜੀ ਗੱਲ ਸੀ ਬਾਬਾ ਫਰੀਦ ਜੀ ਨੇ ਆਖੀ ਕਿ ਮਨ ਨੂੰ ਮੈਦਾਨ ਕਰ। ਹੁਣ ਮਨ ਮੈਦਾਨ ਕਿਵੇਂ ਹੋ ਸਕਦਾ ਹੈ? ਛੋਟੇ ਵੱਡੇ ਦਾ ਭੇਦ ਕਿਵੇਂ ਦੂਰ ਹੋ ਸਕਦਾ ਹੈ? ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਸ਼ਲੋਕ ਉਚਾਰਨ ਕਰਕੇ ਸਾਨੂੰ ਸਮਝਾਇਆ। ਮਹਿਲਾ ਪੰਜਵਾਂ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੀ। ਇਹ ਛੋਟੇ ਅਤੇ ਵੱਡੇ ਦਾ ਜਿਹੜਾ ਭੇਦ ਹੈ ਪਿਆਰ ਵਾਲਿਓ, ਉਦੋਂ ਮਿਟ ਸਕਦਾ ਹੈ ਜਦੋਂ ਸਾਡੇ ਜੀਵਨ ਵਿੱਚ ਇਹ ਵਿਚਾਰਧਾਰਾ ਪ੍ਰਗਟ ਹੋ ਜਾਏ। ਕੀ ਵਿਚਾਰਧਾਰਾ? ਫਰੀਦਾ ਖਾਲਕ ਖਲਕ ਮੈਂ। ਖਾਲਕ ਦਾ ਅਰਥ ਹੈ ਇੱਥੇ ਪਰਮਾਤਮਾ, ਖਲਕਤ ਪੈਦਾ ਕਰਨ ਵਾਲਾ, ਸੰਸਾਰ ਨੂੰ ਬਣਾਉਣ ਵਾਲਾ, ਕਾਦਰ ਦਾ ਮਾਲਕ, ਕੁਦਰਤ ਦਾ ਮਾਲਕ ਕਾਦਰ। ਖਲਕ ਦਾ ਅਰਥ ਹੈ ਇੱਥੇ ਕੁਦਰਤ, ਸਾਰੀ ਖਲਕਤ ਵਿੱਚ ਮੌਜੂਦ ਹੈ। ਫਰੀਦਾ ਖਾਲਕ ਖਲਕ ਮੈਂ, ਇਸ ਸਾਰੀ ਅੰਦਰ ਇਸ ਖਲਕਤ ਨੂੰ ਬਣਾਉਣ ਵਾਲਾ ਜਿਹੜਾ ਪਰਮਾਤਮਾ ਖਾਲਕ ਹੈ ਉਹ ਮੌਜੂਦ ਹੈ। ਖਲਕ ਵਸੈ ਰਬ ਮਾਹੇ, ਤੇ ਖਲਕਤ ਪਰਮਾਤਮਾ ਵਿੱਚ ਵਸ ਰਹੀ ਹੈ। ਉਸ ਪਰਮਾਤਮਾ ਤੋਂ ਬਿਨਾਂ ਖਲਕਤ ਦੀ ਉਤਪਤੀ ਨਹੀਂ ਹੈ। ਸੰਸਾਰ
ਔਰ ਇਸ ਸਾਰੀ ਖਲਕਤ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਵਸ ਰਹੇ ਹਨ। ਜਿਸ ਦਿਨ ਇਹ ਵਿਚਾਰ ਸਾਡੇ ਜੀਵਨ ਵਿੱਚ ਘਰ ਕਰ ਗਏ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰੀ ਕੁਦਰਤ ਪਰਮਾਤਮਾ ਤੋਂ ਹੈ ਔਰ ਇਸ ਕੁਦਰਤ ਵਿੱਚ ਪਰਮਾਤਮਾ ਵਸ ਰਿਹਾ ਹੈ, ਉਸ ਦਿਨ ਜੀਵਨ ਵਿੱਚੋਂ ਨਫ਼ਰਤ ਖਤਮ ਹੋ ਜਾਵੇਗੀ। ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਹੁਣ ਜੀ ਸਾਰੀ ਸ੍ਰਿਸ਼ਟੀ ਇੱਕੋ ਨੂਰ ਤੇ ਪੈਦਾ ਹੋਈ ਹੈ, ਸਾਰੇ ਕੁਦਰਤ ਦੇ ਬੰਦੇ ਨੇ, ਤੇ ਫਿਰ ਛੋਟਾ ਤੇ ਵੱਡਾ ਕੌਣ ਹੋਇਆ? ਜੇ ਸਾਰਾ ਉਤਪੱਤੀ ਦਾ ਤਰੀਕਾ ਇੱਕ ਹੈ, ਸਾਰਿਆਂ ਵਿੱਚ ਰੰਗਾਂ ਦੇ ਅੰਦਰ ਖੂਨ ਇੱਕੋ ਜਿਹਾ ਦੌੜ ਰਿਹਾ ਹੈ, ਸਾਰੀ ਖਲਕਤ ਜਿਹੜੀ ਹੈ ਉਸ ਕਾਦਰ ਦੀ ਪੈਦਾ ਕੀਤੀ ਹੋਈ ਹੈ, ਫਿਰ ਮੰਦਾ ਕੌਣ ਤੇ ਚੰਗਾ ਕੌਣ? ਰੱਬ ਨੇ ਤਾਂ ਆਪਣੇ ਵੱਲੋਂ ਸਾਰੇ ਚੰਗੇ ਪੈਦਾ ਕੀਤੇ ਨੇ ਨਾ। ਇਸ ਕਰਕੇ ਕਬੀਰ ਸਾਹਿਬ ਵੀ ਇਹ ਵਿਚਾਰਧਾਰਾ ਸਾਨੂੰ ਸਮਝਾਉਂਦੇ ਨੇ, ਜਿਹੜੀ ਵਿਚਾਰਧਾਰਾ ਗੁਰੂ ਅਰਜਨ ਦੇਵ ਜੀ ਨੇ ਆਖੀ ਹੈ ਨਾ, ਔਰ ਭਗਤ ਰਵਿਦਾਸ ਜੀ ਦੇ ਸ਼ਲੋਕ ਦੇ ਨਾਲ ਇਹ ਤਸੱਲੀ ਕਰਾਉਣਾ ਚਾਹੁੰਦੇ ਨੇ ਕਿ ਜਿਸ ਦਿਨ ਸਾਰੀ ਖਲਕਤ ਦੇ ਅੰਦਰ ਉਸ ਖਾਲਕ ਨੂੰ ਦੇਖਾਂਗੇ, ਉਸ ਦਿਨ ਕੋਈ ਮਨੁੱਖ ਮਾੜਾ ਤੇ ਕੋਈ ਮਨੁੱਖ ਚੰਗਾ। ਪਾਓ ਕਿ ਆਪਣੇ ਆਪ ਨੂੰ ਤੂੰ ਉੱਚਾ ਨਹੀਂ ਸਮਝੇਗਾ ਔਰ ਕਿਸੇ ਨੂੰ ਤੂੰ ਮਾੜਾ ਨਹੀਂ ਸਮਝੇਗਾ, ਤੈਨੂੰ ਸਮਝ ਆ ਜਾਵੇਗੀ ਇਹ ਸਭ ਕੁਦਰਤ ਦੇ ਬੰਦੇ ਨੇ, ਸਭ ਰੱਬਾ ਤੇਰੇ ਬੰਦੇ ਨੇ। ਇਸ ਕਰਕੇ ਕਬੀਰ ਸਾਹਿਬ ਨੇ ਆਖਿਆ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਸਾਰਿਆਂ ਦੇ ਵਿੱਚ ਉਹ ਪੂਰਿਆ ਹੋਇਆ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੈ, ਨਾ ਕਛ ਪੋਚ ਕੁਮਾਰੈ। ਇਹ ਵਿਚਾਰਧਾਰਾ ਸਾਨੂੰ ਬਖਸ਼ੀ। ਨਾ ਤਾਂ ਇਹਨਾਂ ਭਾਂਡਿਆਂ ਵਿੱਚ ਕੋਈ ਕਮੀ ਹੈ, ਨਾ ਉਸ ਸਿਰਜਣਹਾਰ ਘੁਮਿਆਰ ਦੇ ਵਿੱਚ ਕੋਈ ਕਮੀ ਹੈ। ਉਸਨੇ ਸਾਰੇ ਭਾਂਡੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਬਣਾਏ ਨੇ। ਦੇਖੋ ਨਾ, ਘੁਮਿਆਰ ਦੀ ਮਰਜ਼ੀ, ਉਹ ਚਪਨੀ ਬਣਾ ਦਿੰਦਾ, ਉਹ ਚਾਟੀ ਬਣਾ ਦਿੰਦਾ, ਉਹ ਘੜਾ ਬਣਾ ਦਿੰਦਾ, ਵੱਖ ਵੱਖ ਚੀਜ਼ਾਂ ਬਣਾ ਦਿੰਦਾ। ਕਈ ਵਾਰੀ ਉਸਦੇ ਬਣਾਏ ਭਾਂਡੇ ਚਿੱਪੇ ਵੀ ਹੋ ਜਾਂਦੇ ਨੇ, ਟੇਢੇ ਮੇਢੇ ਵੀ ਹੋ ਜਾਂਦੇ ਨੇ, ਪਰ ਆਪਣੇ ਵੱਲੋਂ ਉਸਨੇ ਸਾਰੇ ਠੀਕ ਬਣਾਏ ਨੇ। ਇਸ ਤਰ੍ਹਾਂ ਜਿਤਨੇ ਵੀ ਭਾਂਡੇ ਨੇ, ਨਾ ਤਾਂ ਇਹਨਾਂ ਭਾਂਡਿਆਂ 'ਚ ਕੋਈ ਕਮੀ ਹੈ, ਨਾ ਹੀ ਬਣਾਉਣ ਵਾਲੇ ਵਿੱਚ ਕੋਈ ਕਮੀ ਹੈ। ਫਿਰ ਭਗਤ ਨਾਮਦੇਵ ਜੀ ਨੂੰ ਪੜ੍ਹੋ। ਭਗਤ ਨਾਮਦੇਵ ਜੀ ਆਖਦੇ ਨੇ, ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਸਤ ਮਨ ਸੈਂਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿੰਦੇ ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਤੋਂ ਬਿਨਾਂ ਮੈਨੂੰ ਕੁਝ ਹੋਰ ਦਿਖਾਈ ਨਹੀਂ ਦਿੰਦਾ, ਸਭ ਪਰਮਾਤਮਾ ਹੀ ਹੈ। ਇਹ ਤਾਂ ਸੰਸਾਰ ਇੱਦਾਂ ਹੈ ਜਿਵੇਂ ਕਿ ਇੱਕ ਮਾਲਾ ਨੂੰ ਬਣਾਉਣ ਵਾਸਤੇ ਹਜ਼ਾਰਾਂ ਹੀ ਮਣਕੇ ਹੋਣ, ਸੈਂਕੜੇ ਮਣਕੇ ਹੋਣ, ਪਰ ਉਹਨਾਂ ਦੇ ਅੰਦਰ ਧਾਗਾ ਇੱਕੋ ਹੀ ਹੈ, ਪਰਮਾਤਮਾ, ਜਿਹੜਾ ਸਾਰਿਆਂ ਦੇ ਅੰਦਰ ਵਸ ਰਿਹਾ ਹੈ। ਕਹਿੰਦੇ ਨੇ ਸੂਤ ਏਕ ਸਤ ਮਨ ਸੈਂਸ ਜੈਸੇ ਓਤ ਪੋਤ ਪ੍ਰਭ ਸੋਈ। ਓਤ ਪੋਤ ਤਾਨੇ ਪੇਟੇ ਵਿੱਚ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਮਤਲਬ ਕਹਿੰਦੇ ਸਾਰਿਆਂ ਵਿੱਚ ਜੋਤ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਰਤ ਰਹੀ ਹੈ। ਜਿਸ ਦਿਨ ਇਹ ਗੱਲ ਕਿਤੇ ਸਮਝ ਆ ਗਈ ਕਿ ਸਭੈ ਕਠ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਹ ਸਾਰੇ ਘਟਾਂ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਬੋਲ ਰਿਹਾ ਹੈ। ਏਕਲ ਮਾਟੀ ਕੁੰਚਰ ਚੀਟੀ ਭਾਜਨ ਹੈ ਪੋਹਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਵੀ ਸਾਰੇ ਘਟਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੈ। ਜਿਸ ਦਿਨ ਇਹ ਗੱਲ ਸਮਝ ਆ ਗਈ ਕਿ ਸਾਰਿਆਂ ਵਿੱਚ ਉਹ ਵਾਹਿਗੁਰੂ ਵਸ ਰਿਹਾ, ਉਸ ਦਿਨ ਨਫ਼ਰਤ ਖਤਮ ਹੋ ਜਾਣੀ ਹੈ, ਟੋਏ ਟਿੱਬੇ ਜੀਵਨ ਵਿੱਚੋਂ ਖਤਮ ਹੋ ਜਾਣੇ ਨੇ, ਮੇਰ ਤੇਰ ਵਾਲੀ ਬਿਰਤੀ ਖਤਮ ਹੋ ਜਾਣੀ ਹੈ। ਗੁਰਬਾਣੀ ਨੇ ਸਭ ਤੋਂ ਵੱਧ ਯਤਨ ਕੀਤਾ ਕਿ ਮਨੁੱਖ ਦੇ ਅੰਦਰ ਜਿਹੜੀ ਮੇਰ ਤੇਰ ਵਾਲੀ ਬਿਰਤੀ ਇਹ ਖਤਮ ਹੋਣੀ ਚਾਹੀਦੀ, ਜੇ ਇਹ ਪ੍ਰਭੂ ਦੇ ਨੇੜੇ ਹੋਣਾ ਚਾਹੁੰਦਾ ਹੈ। ਕਿ ਜਦੋਂ ਤੱਕ ਮੇਰਾ ਤੇਰਾ ਹੈ ਨਾ, ਉਦੋਂ ਤੱਕ ਇਹ ਰੱਬ ਦੇ ਰਸਤੇ ਤੇ ਨਹੀਂ ਤੁਰ ਸਕਦਾ। ਕਿਉਂਕਿ ਮੇਰੇ ਵਾਲੀ ਭਾਵਨਾ ਹਮੇਸ਼ਾ ਮਹਾਨ ਬੰਦਾ ਆਪਣਾ ਸਮਝਦਾ ਹੈ। ਤੇਰ ਵਾਲੀ ਜਿਹੜੀ ਬਿਰਤੀ ਹੈ ਉਸਨੂੰ ਇਹ ਮਨੁੱਖ ਨੀਵਾਂ ਸਮਝਦਾ ਹੈ। ਔਰ ਸਿਆਣੇ ਕਹਿੰਦੇ ਨੇ ਸੰਸਾਰ ਵਿੱਚ 4 ਤਰ੍ਹਾਂ ਦੇ ਲੋਕ ਨੇ ਇੱਥੇ। ਇੱਕ ਉਹਨੇ ਜਿਹੜੇ ਕਹਿੰਦੇ ਨੇ ਮੇਰਾ ਮੇਰਾ, ਇੱਕ ਕਹਿੰਦੇ ਨੇ ਮੇਰਾ ਵੀ ਤੇ ਤੇਰਾ ਵੀ,
ਤੇ ਤੀਜੀ ਮੇਰਾ ਹੈ। ਤੇ ਚੌਥੀ ਕਿਸਮ ਦੇ ਲੋਕ ਉਹਨੇ ਜਿਹਨੂੰ ਕਬੀਰ ਸਾਹਿਬ ਨੇ ਆਖਿਆ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੋਭਤੇ ਕਿਆ ਲਾਗੈ ਮੇਰਾ। ਕਹਿਣ ਲੱਗੇ ਮੇਰਾ ਆਪਣਾ ਕੁਛ ਹੈ ਹੀ ਨਹੀਂ, ਹੈ ਪ੍ਰਭੂ ਸਭ ਕੁਝ ਤੇਰਾ ਹੈ। ਜਿਸ ਦਿਨ ਇਹ ਬਿਰਤੀ ਦਾ ਜਨਮ ਹੋ ਗਿਆ ਕਿ ਰੱਬ ਇਹ ਸਾਰੀ ਕਾਇਨਾਤ ਹੀ ਤੇਰੀ ਹੈ, ਸਾਰਾ ਸੰਸਾਰ ਹੀ ਤੇਰਾ ਹੈ। ਏਕਟ ਮਾਟੀ ਕੁੰਚਨ ਚੀਟੀ ਭਾਜਨ ਹੈ ਪੋ ਨਾਨਾ ਰੇ, ਅਸਥਾਵਰ ਜੰਗਮ ਕੀਰਤ ਰਾਮ ਸਮਾਨਾ ਨੇ, ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ, ਬ੍ਰਹਮੈ ਨਾਮਾ ਪਹਿਨੇ ਕਾਮਾ ਕੋ ਠਾकुर ਕੋ ਦਾਸਾ ਰੇ। ਉਹ ਪਰਮਾਤਮਾ ਹੀ ਹੈ ਸਭ ਕੁਝ। ਗੁਰੂ ਅਰਜਨ ਦੇਵ ਜੀ ਪਿਤਾ ਆਖਣ ਲੱਗੇ ਬਾਬਾ ਫਰੀਦ ਸਾਹਿਬ ਵੀ ਜਿਸ ਦਿਨ ਇਹ ਬਿਰਤੀ ਦਾ ਜੀਵਨ ਦੇ ਵਿੱਚ ਜਨਮ ਹੋ ਗਿਆ, ਇਹ ਖਲਕਤ ਪੈਦਾ ਕਰਨ ਵਾਲਾ ਪਰਮਾਤਮਾ ਸਾਰੀ ਖਲਕਤ ਵਿੱਚ ਹੈ, ਮੌਜੂਦ ਹੈ। ਖਲਕ ਵਸੈ ਰਬ ਮਾਹੇ, ਖਲਕਤ ਪਰਮਾਤਮਾ ਵਿੱਚ ਵਸ ਰਹੀ ਹੈ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਗੁਰੂ ਅਰਜਨ ਦੇਵ ਜੀ ਪਿਤਾ ਆਖਣ ਲੱਗੇ ਜਦੋਂ ਕਿਤੇ ਇਹ ਸੋਝੀ ਆ ਗਈ ਵੀ ਉਸ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ ਹੈ, ਸਾਰਿਆਂ ਵਿੱਚ ਰੱਬ ਹੀ ਹੈ, ਹਰ ਇੱਕ ਜੀਵ ਦੇ ਅੰਦਰ ਮਾਲਕ ਪ੍ਰਭੂ ਬੈਠਾ ਹੋਇਆ, ਤਾਂ ਮੰਦਾ ਕਿਸ ਨੂੰ ਆਖੀਏ। ਫਿਰ ਕਿਸ ਜੀਵ ਨੂੰ ਭੈੜਾ ਕਿਹਾ ਜਾਏ, ਕਿਸ ਮਨੁੱਖ ਨੂੰ ਮਾੜਾ ਕਿਹਾ ਜਾਏ ਕਿ ਇਹ ਮਨੁੱਖ ਮਾੜਾ ਹੈ ਤੇ ਇਹ ਚੰਗਾ ਹੈ। ਇਹ ਵਿਚਾਰ ਅੱਜ ਦੇ ਪਾਵਨ ਸ਼ਲੋਕ ਰਾਹੀਂ ਬਾਬਾ ਫਰੀਦ ਜੀ ਸਾਡੇ ਸਮਕਸ਼ ਰੱਖਦੇ ਹਨ। ਕਿਉਂਕਿ ਮੂਰਖ ਸਿਆਣਾ ਏਕ ਹੈ। ਗੁਰਬਾਣੀ ਨੇ ਮੂਰਖ ਅਤੇ ਸਿਆਣੇ ਨੂੰ ਇੱਕ ਕਿਹਾ। ਸਭ ਕੁਝ ਉਹਦੇ ਭਾਣੇ ਵਿੱਚ ਵਰਤ ਰਿਹਾ ਹੈ। ਜੇ ਕੋਈ ਮੂਰਖ ਹੈ ਉਸਦੇ ਭਾਣੇ ਵਿੱਚ, ਜੇ ਕੋਈ ਸਿਆਣਾ ਹੈ ਤਾਂ ਵੀ ਉਸਦੇ ਭਾਣੇ ਵਿੱਚ। ਇਸ ਕਰਕੇ ਮਾਰ ਕਹਿੰਦੇ ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁਝੀਏ। ਕਿਸੇ ਨੂੰ ਮੰਦਾ ਨਾ ਆਖੀ, ਮੰਦਾ ਕਿਸੇ ਨਾ ਆਖ ਝਗੜਾ ਪਾਵਨਾ। ਗੁਰਬਾਣੀ ਵਿੱਚ ਬੇਅੰਤ ਫਰਮਾਨ ਨੇ ਕਿ ਕਿਸੇ ਨੂੰ ਤੂੰ ਮੰਦਾ ਨਹੀਂ ਕਹਿਣਾ, ਮੰਦਾ ਕਹੇਗਾ ਝਗੜਾ ਪੈ ਜਾਣਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਫਰੇਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਝ ਪਾਏ। ਐਸੀ ਸੁਚੱਜੀ ਜੀਵਨ ਜਾਚ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜ ਵੀ ਇੱਥੇ ਬਖਸ਼ ਰਹੇ ਨੇ। ਕਹਿੰਦੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਉਸ ਤੋਂ ਬਿਨਾਂ ਜੇ ਕੋਈ ਹੈ ਹੀ ਨਹੀਂ ਤੇ ਮੰਦਾ ਕਿਸ ਨੂੰ ਆਖੇਗਾ, ਕਿਉਂਕਿ ਉਹ ਮਾਲਕ ਹੀ ਤਾਂ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਦਿੰਦਾ ਗੁਣਮਾਨਾਂ ਨੂੰ ਹੋਰ ਗੁਣ ਦਿੰਦਾ, ਉਸਦੇ ਵਰਗਾ ਹੋਰ ਮਾਰ ਕਹਿੰਦੇ ਸੁਝਦਾ ਹੀ ਨਹੀਂ ਜੇ ਇਹ ਕੰਮ ਕਰ ਸਕਦਾ ਹੈ। ਇਸ ਕਰਕੇ ਬਾਬਾ ਫਰੀਦ ਜੀ ਦੀ ਵਿਚਾਰਧਾਰਾ ਨੂੰ ਗੁਰੂ ਅਰਜਨ ਦੇਵ ਜੀ ਪਿਤਾ ਆਖਣ ਲੱਗੇ ਕਿ ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ, ਕਿਹੜਾ ਜੀਵ ਮੰਦਾ ਹੈ। ਜਿਸ ਦਿਨ ਇਹ ਵਿਚਾਰ ਸਮਝ ਆ ਗਈ ਕਿ ਸਾਰੀ ਖਲਕਤ ਵਿੱਚ ਉਹ ਪਰਮਾਤਮਾ ਵਸ ਰਿਹਾ ਤੇ ਸਾਰੀ ਖਲਕਤ ਉਸ ਪਰਮਾਤਮਾ ਦੀ ਹੈ, ਤਾਂ ਫਿਰ ਸੰਸਾਰ ਦੇ ਵਿੱਚ ਕੋਈ ਵੀ ਨਹੀਂ। ਫਿਰ ਇੱਕ ਨਵੀਂ ਵਿਚਾਰਧਾਰਾ ਦਾ ਜਨਮ ਹੋਵੇਗਾ। ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਸ ਦਿਨ ਇਹ ਵਿਚਾਰਧਾਰਾ ਦਾ ਜਨਮ ਹੋਏਗਾ ਕਿ ਸਾਰੇ ਸੰਸਾਰ ਵਿੱਚੋਂ ਮੈਂ ਮਾੜਾ, ਮੇਰੇ ਨਾਲੋਂ ਸਾਰੇ ਚੰਗੇ ਨੇ। ਕਿਉਂਕਿ ਜਦੋਂ ਮਨੁੱਖ ਆਪਣੇ ਅੰਦਰ ਝਾਤ ਮਾਰਦਾ ਹੈ, ਆਪਣੇ ਅੰਦਰ ਵੇਖਦਾ ਹੈ, ਔਰ ਜਦੋਂ ਇਸ ਗੱਲ ਨੂੰ ਸਮਝ ਲੈਂਦਾ ਕਿ ਸਾਰੀ ਖਲਕਤ ਦੇ ਵਿੱਚ ਪਰਮਾਤਮਾ, ਤਾਂ ਫਿਰ ਰੱਬ ਜੀ ਨੂੰ ਇੱਕ ਗੱਲ ਕਹਿੰਦਾ, ਮੇਰੇ ਪਿਆਰੇ ਪ੍ਰਭੂ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਮਹਾਰਾਜ ਜਿਤਨੇ ਵੀ ਮਾੜੇ ਕੰਮ ਨੇ ਉਹ ਸਾਰੇ ਮੇਰੇ ਨੇ, ਕਿਉਂਕਿ ਰੱਬ ਕਦੀ ਮਾੜਾ ਕੰਮ ਨਹੀਂ ਕਰ ਸਕਦਾ, ਰੱਬ ਮਾੜਾ ਨਹੀਂ ਹੋ ਸਕਦਾ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਾਰੇ ਗੁਣ ਪਰਮਾਤਮਾ ਦੇ ਨੇ। ਜਿਹੜਾ ਭਗਤ ਹੈ ਉਹ ਕਹਿੰਦਾ ਦਾਤਾ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਹੈ। ਦੇਖੋ ਭਗਤ ਜਿੱਥੇ ਇਹ ਗੱਲ ਕਹਿ ਰਹੇ ਨੇ ਨਾ, ਉੱਥੇ ਭਾਈ ਗੁਰਦਾਸ ਜੀ ਹੁਣਾਂ ਨੇ ਬੜੇ ਕਮਾਲ ਦੇ ਵਚਨ ਕੀਤੇ ਕਿ ਮੇਰੇ ਸਤਿਗੁਰੂ ਇਹ ਗੱਲ ਸੱਚਾਈ ਹੈ ਕਿ ਮੋਰੇ ਹੈ ਔਗੁਣ ਤੂੰ ਗੁਣ ਸਾਗਰ। ਵੀ ਮੇਰੇ ਵਿੱਚ ਸਾਰੇ ਔਗੁਣ ਨੇ, ਤੂੰ ਗੁਣਾਂ ਦਾ ਸਾਗਰ ਹੈ। ਜਾਤ ਰਸਾਤਲ ਓਟ ਤਿਹਾਰੀ। ਮੈਂ ਨਿਮਾਣ ਨੂੰ ਜਾ ਰਿਹਾ ਸੀ, ਇਸ ਕਰਕੇ ਮੈਂ ਤੇਰੀ ਓਟ ਲੈ ਲਈ ਹੈ।
ਜਿਸ ਦਿਨ ਇਹ ਵਿਚਾਰਧਾਰਾ ਦਾ ਜਨਮ ਹੋਏਗਾ ਕਿ ਉਹ ਪਰਮਾਤਮਾ ਸਾਰੀ ਖਲਕਤ ਵਿੱਚ ਹੈ, ਸਾਰੀ ਕਾਇਨਾਤ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ, ਤਾਂ ਖਿਆਲ ਕਰਨਾ ਜਿਸ ਦਿਨ ਇਹ ਬਿਰਤੀ ਬਣ ਗਈ ਉਹ ਮੈਨੂੰ ਕਿਸੇ ਦੂਜੇ ਨੂੰ ਮਾੜਾ ਨਹੀਂ ਆਖ ਸਕਦਾ ਤੇ ਆਪ ਨੂੰ ਉਹ ਚੰਗਾ ਨਹੀਂ ਸਮਝਦਾ। ਜਿਸ ਨਾਲ ਸਾਰੀ ਖਲਕਤ ਵਿੱਚ ਨਿਰੰਕਾਰ ਦੇ ਦਰਸ਼ਨ ਹੋ ਗਏ, ਪ੍ਰਭੂ ਵਸਿਆ ਹੋਇਆ ਨਜ਼ਰ ਆ ਗਿਆ, ਜਿਸ ਦਿਨ ਇਹ ਗੱਲ ਸਮਝ ਆ ਗਈ ਕਿ ਸਾਰੀ ਕਾਇਨਾਤ ਦੇ ਵਿੱਚ ਉਹ ਪਰਮਾਤਮਾ ਹੈ, ਅਸੀਂ ਸਾਰੇ ਇੱਕ ਅਕਾਲ ਪੁਰਖ ਦੇ ਬੱਚੇ ਹਾਂ। ਗੁਰਬਾਣੀ ਨੇ ਤਾਂ ਹੀ ਆਖਿਆ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ ਬਲਬਲ ਜਾਸੀ ਹਰ ਦਰਸ਼ਨ ਦੇਵ ਦਿਖਾਈ। ਵੀ ਹੇ ਰੱਬਾ, ਇਸ ਸੰਸਾਰ ਦਾ ਮਾਲਕ ਤੂੰ ਹੈ, ਤੂੰ ਹੀ ਸਾਰੇ ਸੰਸਾਰ ਦਾ ਪਿਤਾ ਹੈ, ਅਸੀਂ ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਬੱਚੇ ਹਾਂ। ਨਹੀਂ ਤਾਂ ਸਾਡੇ ਜੀਵਨ ਵਿੱਚ ਪਹਿਰਾਵਾ ਨੂੰ ਵੇਖ ਕੇ, ਕੌਮਾਂ ਨੂੰ ਦੇਖ ਕੇ, ਮਨੁੱਖ ਨੂੰ ਵੇਖ ਕੇ ਨਫ਼ਰਤ ਚੜ੍ਹਦੀ ਹੈ। ਇਸਨੇ ਕਾਲੇ ਕੱਪੜੇ ਪਾਏ ਨੇ, ਇਸਨੇ ਕਾਲੀ ਦਸਤਾਰ ਬੰਨੀ ਹੈ, ਨੇ ਨੀਲੀ ਦਸਤਾਰ ਬੰਨੀ ਹੈ, ਸਾਡੇ ਵਿੱਚ ਤਾਂ ਇਹੀ ਬੜੀ ਨਫ਼ਰਤ ਹੈ। ਅੱਜ ਇਸਨੇ ਚਿੱਟੀ ਦਸਤਾਰ ਬੰਨੀ ਹੋਈ ਹੈ, ਇਹ ਮਲੰਗ ਸਾਧੂ ਲੱਗਦਾ ਹੈ, ਇਹਦੇ ਤੰਦੇ ਕੱਪੜੇ ਗੇਰਵੇ ਨੇ, ਇਹਨਾਂ ਦੇ ਨਾਲ ਹੀ ਸਾਡੇ ਅੰਦਰ ਨਫ਼ਰਤ ਹੈ। ਜਿਸ ਨਾਲ ਸਾਰੀ ਖਲਕਤ ਵਿੱਚ, ਸਾਰੀ ਕਾਇਨਾਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੇਖ ਲਿਆ, ਫਿਰ ਸਾਰੇ ਜਿਹੜੇ ਨੇ ਉਹ ਚੰਗੇ ਲੱਗਣਗੇ। ਫਿਰ ਬੰਦਾ ਉਸ ਵੇਲੇ ਦੂਜੇ ਨੂੰ ਮਾੜਾ ਨਹੀਂ ਆਖੇਗਾ ਤੇ ਆਪਣੇ ਆਪ ਨੂੰ ਚੰਗਾ ਨਹੀਂ ਸਮਝਦਾ। ਇਹਦਾ ਅਰਥ ਹੈ ਕਿ ਦੂਜੇ ਲਫ਼ਜ਼ਾਂ ਵਿੱਚ ਆਪ ਟਿੱਬੇ ਤੇ ਖਲੋਤਾ ਹੋਇਆ ਹੇਠਾਂ ਟੋਏ ਵੱਲ ਤੱਕਦਾ ਰਿਹਾ। ਜਦੋਂ ਤੱਕ ਬੰਦਾ ਆਪਣੇ ਆਪ ਨੂੰ ਹੰਕਾਰ ਵਿੱਚ ਰੱਖਿਆ ਤੇ ਦੂਜਿਆਂ ਨੂੰ ਨੀਵਾਂ ਸਮਝਦਾ ਰਿਹਾ। ਜਿਨ੍ਹਾਂ ਨੂੰ ਨੀਵਾਂ ਆਖਦਾ ਰਿਹਾ ਉਹ ਇਸ ਅਹੰਕਾਰ ਤੋਂ ਨਫ਼ਰਤ ਕਰਦੇ ਹਨ ਤੇ ਇਸ ਤਰ੍ਹਾਂ ਵੈਰ ਤੇ ਨਫ਼ਰਤ ਦੀ ਅੱਗ ਮੱਚਦੀ ਜਾਂਦੀ ਹੈ। ਔਰ ਜਿਸ ਤੋਂ ਕਈ ਕਿਸਮ ਦੇ ਕਲੇਸ਼ ਪੈਦਾ ਹੁੰਦੇ ਨੇ, ਝਗੜੇ ਪੈਦਾ ਹੁੰਦੇ ਨੇ, ਮੇਲ ਤੇਰ ਦਾ ਜਨਮ ਹੁੰਦਾ ਹੈ, ਹਉਮੈ ਹੰਕਾਰ ਦਾ ਜਨਮ ਹੁੰਦਾ ਹੈ, ਸੰਸਾਰ ਦੇ ਵਿੱਚ ਮਨੁੱਖ ਦੀ ਖੁਆਰੀ ਹੁੰਦੀ ਹੈ। ਸੋ ਉਸ ਖੁਆਰੀ ਤੋਂ ਬਾਬਾ ਫਰੀਦ ਜੀ ਤੇ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜ ਸਾਨੂੰ ਬਚਾਉਣਾ ਚਾਹੁੰਦੇ ਨੇ ਔਰ ਸਮਝਾਉਣਾ ਚਾਹੁੰਦੇ ਨੇ ਕਿ ਇਸ ਕਲੇਸ਼ਾਂ ਨਾਲੋਂ ਤਾਂ ਮੌਤ ਚੰਗੀ ਹੈ। ਔਰ ਤੇਰੇ ਮਾਪੇ ਚਲੇ ਗਏ ਨੇ, ਸੰਸਾਰ 'ਚੋਂ ਚਲੇ ਤੂੰ ਵੀ ਜਾਣਾ ਹੈ, ਇਸ ਕਰਕੇ ਇਸ ਕਲੇਸ਼ ਨਾਲੋਂ ਉਹ ਮੌਤ ਚੰਗੀ ਹੈ। ਜੀਵਨ ਵਿੱਚ ਯਤਨ ਕਰ ਕਿ ਮੇਲ ਤੇਰ ਵਾਲਾ ਮਾਰਗ ਛੱਡ ਦੇ, ਹਉਮੈ ਹੰਕਾਰ ਵਾਲਾ ਮਾਰਗ ਛੱਡ ਦੇ। ਕਿਉਂਕਿ ਹਉਮੈ ਜਿਹੜੀ ਹੈ ਨਾ ਉਹ ਕਦੀ ਵੀ ਚੰਗੀ ਨਹੀਂ ਹੋ ਸਕਦੀ। ਹਉਮੈ ਨੂੰ ਦੀਰਘ ਰੋਗ ਕਿਹਾ ਸਤਿਗੁਰੂ ਦੀ ਬਾਣੀ ਨੇ। ਹਉਮੈ ਹੀ ਮਨੁੱਖ ਨੂੰ ਭਟਕਾਉਂਦੀ ਰਹਿੰਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜੋ ਵਿਚਾਰਧਾਰਾ ਅੱਜ ਸਾਡੇ ਸਮਕਸ਼ ਰੱਖੀ ਹੈ ਉਹ ਵਿਚਾਰਧਾਰਾ ਹੈ ਕਿ ਆਪਣੇ ਆਪ ਨੂੰ ਉੱਚਾ ਨਾ ਸਮਝ ਤੇ ਦੂਜੇ ਨੂੰ ਨੀਵਾਂ ਨਾ ਸਮਝ। ਬੰਦੇ ਦੀ ਇੱਕ ਫਿਦਰਤ ਹੈ, ਇੱਕ ਆਦਤ ਹੈ। ਕਹਿੰਦੇ ਹਮ ਕਵ ਕੁਲੀਨ ਹਮ ਪੰਡਿਤ ਸੰਨਿਆਸੀ, ਗੁਣੀ ਸੂਰ ਹਮ ਦਾਤੇ ਇਹ ਵਿਦ ਕਵੈ ਨ ਨਾਸੀ। ਬੰਦਾ ਕਹਿੰਦਾ ਕਿ ਮੈਂ ਪੰਡਿਤ ਹਾਂ, ਜੋਗੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਗੁਣੀ ਹਾਂ, ਮੈਂ ਜੋ ਯੋਧਾ ਹਾਂ। ਇਹ ਜਿਹੜੀ ਮਨੁੱਖ ਦੀ ਮਤ ਕਦੀ ਨਾਸ ਨਹੀਂ ਹੁੰਦੀ। ਔਰ ਜਦੋਂ ਤੱਕ ਇਹ ਮਤ ਹੈ ਮਨੁੱਖ ਪਰਮਾਤਮਾ ਦੀ ਖੇਡ ਨੂੰ ਸਮਝ ਨਹੀਂ ਸਕਦਾ, ਵਾਹਿਗੁਰੂ ਵਿੱਚ ਅਭੇਦ ਨਹੀਂ ਹੋ ਸਕਦਾ ਤੇ ਜੀਵਨ ਸਫਲਾ ਨਹੀਂ ਹੋ ਸਕਦਾ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਜਿਹੜੀ ਵਿਚਾਰਧਾਰਾ ਸਾਡੇ ਸਮਕਸ਼ ਰੱਖੀ ਉਸ ਵਿਚਾਰਧਾਰਾ ਨੂੰ ਆਪਣੇ ਮਨਨ ਕਰੀਏ, ਆਪਣੇ ਜੀਵਨ ਨੂੰ ਸਮਝਣ ਦਾ ਯਤਨ ਕਰੀਏ। ਇਹ ਕਿਤੇ ਐਸਾ ਤੇ ਨਹੀਂ ਮੈਂ ਦੂਜੇ ਨੂੰ ਨੀਵਾਂ ਹੀ ਸਮਝੀ ਜਾ ਰਿਹਾ ਤੇ ਆਪਣੇ ਆਪ ਨੂੰ ਉੱਚਾ ਸਮਝੀ ਜਾ ਰਿਹਾ। ਔਰ ਇਹ ਵਿਚਾਰਧਾਰਾ ਹੀ ਮਨੁੱਖ ਨੂੰ ਰੱਬ ਦੇ ਨੇੜੇ ਨਹੀਂ ਹੋਣ ਦਿੰਦੀ। ਗੁਰੂ ਸਾਹਿਬ ਜੀ ਨੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਬਾਣੀ ਦੇ ਵਿੱਚ, ਇੱਕ ਸਮਦ੍ਰਿਸ਼ਟਤਾ ਤੇ ਸਮਵਰਤੀ। ਸਮਦ੍ਰਿਸ਼ਟੀ ਮਨੁੱਖ ਨੂੰ ਦਿੱਤੀ ਵੀ ਤੇਰੇ ਵਾਸਤੇ ਸਾਰੇ ਇੱਕ ਸਮਾਨ ਹੋਣੇ ਚਾਹੀਦੇ ਨੇ, ਔਰ ਸਮਵਰਤੀ ਤੇਰੇ ਵਿੱਚ ਹੋਣੀ ਚਾਹੀਦੀ ਵੀ ਤੇਰੇ ਵਾਸਤੇ ਸਾਰੇ ਇੱਕ ਸਮਾਨ ਨੇ। ਔਰ ਗੁਰਬਾਣੀ ਨੇ ਉਹਦਾ ਖੁਲਾਸਾ ਕੀਤਾ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਦੀ ਦ੍ਰਿਸ਼ਟ ਅੰਮ੍ਰਿਤ ਵਰਸੀ ਹੈ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਇੱਕ ਸਮਾਨ ਹੈ। ਬ੍ਰਹਮ ਗਿਆਨੀ ਸਾਰਿਆਂ ਨੂੰ ਇੱਕੋ ਬਰਾਬਰ ਸਮਝਦਾ ਹੈ, ਉਸਦੇ ਮਨ ਵਿੱਚ ਕੋਈ ਭੇਦ ਨਹੀਂ ਹੈ। ਇਸ ਤਰ੍ਹਾਂ ਦੇ ਜੀਵਨ ਕਿਰਦਾਰ ਗੁਰੂ ਸਾਹਿਬ ਜੀ ਨੇ ਅੱਜ ਦੇ ਪਾਵਨ ਵਿਚਾਰਧਾਰਾ ਵਿੱਚ ਸਾਨੂੰ ਬਖਸ਼ਿਆ। ਗੁਰੂ ਸਾਹਿਬ ਕਿਰਪਾ ਕਰਨ ਕਿ ਇਹ ਵਿਚਾਰਧਾਰਾ ਕਹਿਣ ਵਾਲਿਆਂ ਦੇ ਮਨ ਵਿੱਚ ਪੱਕੀ ਹੋ ਜਾਏ, ਸੁਣਨ ਵਾਲਿਆਂ ਦੇ ਮਨ ਵਿੱਚ ਇਹ ਵਿਚਾਰਧਾਰਾ ਪੱਕੀ ਹੋ ਜਾਏ। ਇਸ ਸਾਰੀ ਕਾਇਨਾਤ ਨੂੰ ਅਸੀਂ ਪਿਆਰ ਕਰੀਏ ਔਰ ਇਸ ਕਾਇਨਾਤ ਨਾਲ ਪਿਆਰ ਕਰਾਂਗੇ ਤੇ ਇਸ ਕਾਦਰ ਦੇ ਨਾਲ ਸਾਡਾ ਪਿਆਰ ਬਣ ਜਾਵੇਗਾ।
ਔਰ ਜਿਸ ਨਾਲ ਉਸਦੇ ਨਾਲ ਪਿਆਰ ਬਣ ਗਿਆ, ਉਸ ਦੇ ਨਾਲ ਕਹਿ ਸਕਾਂਗੇ ਕਿ ਇਹ ਲੋਕ ਸੁਖੀਏ ਔਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਇਤਨੇ ਵਚਨ ਪ੍ਰਵਾਨ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਫਿਰਤ ਪ੍ਰਤ ਪ੍ਰਭਾਇਆ ਪਰਿਆ ਤੋ ਸੁਣਨਾਏ, ਨਾਨਕ ਕੀ ਪ੍ਰਭ ਮੇਨ ਕੀ ਆਪਣੀ ਭਗਤੀ ਲਾਏ। ਵਾਹਿਗੁਰੂ ਸਾਹਿਬ ਜੀ। ਮਿਲਾਵਲ ਅਸ਼ਟਪਦੀਆਂ ਮਹਿਲਾ ਪਹਿਲਾ। ਘਰ ਦਸਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੁਝੈ ਕੋਈ। ਮਿਣ ਪੈ ਪਾਈਐ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੁਝੈ ਕੋਈ। ਮਿਣ ਪੈ ਪਈਐ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵਸ ਰਸ ਰਸ ਮਾਨ। ਰਾਹੁ ਗਿਆਨ ਗਿਆਨ ਕਥੈ ਸਭ ਕੋਈ, ਕਤ ਕਤ ਬਾਦ ਕਰੇ ਦੁਖ ਹੋਈ। ਕਤ ਕਹਿਣੇ ਤੇ ਰਹਿ ਨ ਕੋਈ, ਬਿਨ ਰਸ ਰਾਤੇ ਮੁਕਤ ਨ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ। ਮਨਮੁਖ ਕਤਨੀ ਹੈ ਪਰ ਰਹਿਤ ਨ ਹੋਈ, ਨਾ ਉਹ ਭੁੱਲੇ ਥਾਉ ਨ ਕੋਈ। ਮਨ ਮਾਇਆ ਬੰਧਿਓ ਸਰ ਜਾਲ, ਘਟ ਘਟ ਵਿਆਪ ਰਹੋ ਬਿਕਨਾਲ। ਜੋ ਆਂਜੈ ਸੋ ਦਿਸੈ ਨਾ ਕਾਲ, ਕਾਰਜ ਸਿਧੋ ਹਿਰਦੈ ਸਮਾਲ। ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਮਨਮੁਖ ਹਉਮੈ ਪਤ ਗਵਾਈ। ਆਪੇ ਕਰਤੈ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਛੋਤ। ਵੇਦ ਪੁਕਾਰੇ ਭਗਤ ਸਰੋਤ, ਸੁਣ ਸੁਣ ਮਾਨੈ ਵੇਖੈ ਜੋਤ। ਸ਼ਾਸਤਰ ਸਿਮਰਤ ਨਾਮ ਦਿੜਾਮੰਗ, ਗੁਰਮੁਖ ਸਾਧ ਉਤਮ ਕਰਾਮੰਗ। ਮਨਮੁਖ ਜੋਨੀ ਦੁਖ ਸਹਾਮੰਗ, ਬੰਧਨ ਟੁਟੇ ਇਕ ਨਾਮ ਵਸਾਮੰਗ। ਮੰਨੇ ਨਾਮ ਸੱਚੀ ਪਤ ਪੂਜਾ, ਕਿਸ ਵੇਖਾ ਨਾਹੀ ਕੋ ਦੂਜਾ। ਦੇਖ ਕਹੋ ਭਾਵੈ ਮਨ ਸੋਏ, ਨਾਨਕ ਕਹਿ ਅਵਰ ਨਹੀਂ ਕੋਏ। ਕਿਸ ਵੇਖਾ ਨਾਹੀ ਕੋ ਦੂਜਾ, ਦੇਖ ਕਹੋ ਭਾਵੈ ਮਨ ਸੋਏ। ਨਾਨਕ ਕਹਿ ਅਵਰ ਨਹੀਂ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੋੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰੋ।
तुम गावो मेरे निरपहो का सोयला हूँ वारिज सोयला सदा सुख होए रहाओ। नित जियाड़े संभालिन देखेगा देवनहार तेरे दाने कीमत ना पवै तिस दाते कवन समार। सम्मत साहा लिखिया मिलकर पावो तेल देहो सज्जन असी सड़ियाँ जो होवै साहिब सो मेल कर कर एहो पहुँचा सदड़े नित पवन सदनहारा सिमरिय नानक से दे आवन। राग आसा महला पहला छे कार छे गुर छे उपदेश गुर गुर एको वेश अनेक बाबा जयकर करते कीरत होए सो कर राख बढ़ाई तोए रहाओ। इस ਵਿੱਚ ਅਸੀਆਂ ਘੜੀਆਂ ਪੈਰਾਂ ਥੱਤੀ ਵਾਰੀ ਮਹਾ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਹਾ ਸ੍ਰੀ ਮਹਿਲਾ ਪਹਿਲਾ। ਗगन में थाल रवचंद दीपक बने तारका मंडल जनक मोती तू बने आलो पवन चबरो करे सगल बनराय फुलंत ज्योति। कैसी आरती होए बहुखंडा तेरी आरती नता शब्द बाजन पहरी रहाओ। सहस तम नैन नैन है तो को सहस मूर्त नायक तो ही सहस पद विमल नन एक पद गंध बिन सहस तब गंध इव चलत मोही सब में जो जोत है सोए तिस चानन सब में चानन होए। गुर साखी जोत प्रगट होए जो तिस भावै सो आरती होए। हर चरण करण करण लोहित मरण दिनों मोहे आही प्यासा। कृपा जल्दे नानक सारंग को हो जाते त्रिनाय वासा। राग गोड़ी पूरी महला चौथा काम क्रोध नगर पोह भरया मिल साधु खंडल खंडा है। पूरव लिखा लिखे गुर पाया मन हाले मंडल मंडाहे कर साधु अंजलि पन वड्डाहे कर डंडोत पन वड्डाए रहाओ। सागत हर साध न जाने तिन अंतर हो में कंडाहे जो जो चला चुवे दुख पामे जमकाल सह से डंडाहे। हर जन हर हर नाम समाणे दुख जन्म मरण पो खंडाहे। अविनाशी प्रभ पाया परमेश्वर बहुत सौ खंड ब्रह्मंडा है। हम गरीब मस्किन प्रभ तेरे हर राख राख बड़ बड्डा है। जन नानक नाम आधार टेक हर नामे ही सुख मंडा है। राग गोड़ी पूरी महला पंजवा करो बेनंती सुनो मेरे मिता सन टहल की वेला इहाँ खाड़ चलो हर लाह। आगे वसन स्वेला उद घटै धनुष रह नारे मन गुर मिलकात सवारे रहाओ। हे संसार विकार संशय में तरियो ब्रह्म ज्ञानी जिसै जगाए प्यावै एह रस अकथ कथा तिन जानी जाकू आए सोई विहा। जो हर गुर ते मनै वसेरा निज कर महल पाव सुख सहजे बहुर न होए गो फेरा। अंतर जामी पुरख विदाते श्रद्धा मन की पूरे नानक दास है सुख मांगे मुख करसन तन की तूरे। वाहिगुरु जी का खालसा वाहिगुरु जी की फतेह।